ਸ੍ਰੀ ਰਾਗ ਦੇ ਅੰਦਰ ਤਰਲੋਚਨ ਜੀ ਦਾ ਇਹ ਸ਼ਬਦ ਹੈ, ਜਿਸ ਦੀ ਵਿਚਾਰ ਆਪਾਂ ਸੰਖੇਪ ਜੀ ਗੁਰ ਕਿਰਪਾ ਦੁਆਰਾ ਕਰਾਂਗੇ। ਸ੍ਰੀ ਰਾਗ ਤਰਲੋਚਨ ਕਾ ਮਾਇਆ ਮੋਹ ਮਨ ਆਗ ਲੜਾ ਪ੍ਰਾਣੀ, ਜਰਾ ਮਰਨ ਪਉ ਵਿਸਰ ਗਿਆ। ਕੁਟੰਬ ਦੇਖ ਵਿਗਸੈ ਕਮਲਾ ਜਿਉ, ਪਰ ਕਰ ਜੋ ਹੈ ਕਪਟ ਨਰਾ। ਪ੍ਰਾਣੀ ਨੂੰ ਸੰਬੋਧਨ ਕਰਦੇ ਆ ਪਾਤਸ਼ਾਹ, ਕਹਿੰਦੇ ਕੀ ਕਾਰਨ ਹੈ ਕਿ ਇਸ ਭਵ ਸਾਗਰ ਦੇ ਅੰਦਰ ਜਿਹੜਾ ਉਹਦਾ ਹੁਕਮ ਹੈ ਪਰਮੇਸ਼ਰ ਦਾ, ਉਹ ਸਮਝ ਨਹੀਂ ਆਉਂਦਾ। ਕਿਉਂਕਿ ਕਾਰਨ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ। ਮਾਇਆ ਮੋਹ ਮਨੀ ਅੱਗ ਲੜਾ ਪ੍ਰਾਣੀ, ਜਿਹੜਾ ਮਾਇਆ ਦੇ ਨਾਲ ਮੋਹ ਹੈ ਮਨ ਦੇ ਅੰਦਰ, ਉਹ ਸਭ ਤੋਂ ਵੱਡਾ ਕਾਰਨ ਹੈ। ਅੱਗ ਲੜਾ, ਬਹੁਤ ਜ਼ਿਆਦਾ ਅੱਗੇ ਮਨ ਦੇ ਮੋਹ ਆਉਂਦਾ ਹੈ, ਮਾਇਆ ਆਉਂਦੀ ਹੈ, ਜਿਹੜਾ ਕਿ ਜਿਹੜੀ ਬਿਮਾਰੀ ਹੈ ਉਹਦਾ ਇਲਾਜ ਨਹੀਂ ਹੋ ਰਿਹਾ। ਬਿਮਾਰੀ ਕੀ ਹੈ? ਜਰਾ ਮਰਨ ਪਉ ਵਿਸਰ ਗਿਆ। ਜਰਾ ਰੋਗ ਹੈ ਨਾ, ਜਿਹੜਾ ਭਰਮ ਹੈ। ਭਰਮ ਨੇ ਇੰਨਾ ਜ਼ਿਆਦਾ ਜੀਵ ਨੂੰ, ਪ੍ਰਾਣੀ ਨੂੰ ਭਰਮਾ ਦਿੱਤਾ ਕਿ ਉਹਨੂੰ ਮਰਨਾ ਜਿਹੜਾ ਉਹ ਵਿਸਰ ਗਿਆ। ਮਰਨਾ ਕੀ ਹੁੰਦਾ? ਇੱਕ ਤਾਂ ਹੁੰਦਾ ਜਿਹਨੂੰ ਅਸੀਂ ਮਰਨਾ ਮੰਨਦੇ ਆ, ਸਰੀਰ ਦਾ ਛੱਡ ਜਾਣਾ। ਇਹਨੂੰ ਗੁਰਬਾਣੀ ਮਰਨਾ ਨਹੀਂ ਮੰਨਦੀ। ਇਹ ਸਰੀਰ ਨੂੰ ਕੋਈ ਚੀਜ਼ ਛੱਡ ਕੇ ਜਾਂਦੀ ਹੈ। ਜਿਹੜੀ ਚੀਜ਼ ਛੱਡ ਕੇ ਜਾਂਦੀ ਹੈ, ਜਿਹੜਾ ਮਨ ਹੈ, ਜਦੋਂ ਉਹ ਮਾਇਆ ਨਾਲ ਜੁੜਿਆ ਰਹਿੰਦਾ ਤਾਂ ਉਹ ਸੱਚ ਵਾਲੇ ਪਾਸਿਓਂ ਮਰ ਜਾਂਦਾ ਹੈ। ਜਦੋਂ ਉਹ ਸੱਚ ਨਾਲ ਜੁੜ ਜਾਂਦਾ ਤਾਂ ਮਾਇਆ ਵਾਲੇ ਪਾਸਿਓਂ ਮਰ ਜਾਂਦਾ ਹੈ। ਹੁਣ ਮਰਨ ਭਾਉ ਵਿਸਰ ਗਿਆ, ਇਹਨੂੰ ਵਿਸਰਿਆ ਹੋਇਆ ਹੈ। ਇਹ ਸਰੀਰ ਨੂੰ ਹੀ ਮਰਨਾ ਮੰਨਦਾ, ਸਰੀਰ ਨੂੰ ਮਿਲਣਾ ਹੀ ਜੀਵਨ ਮੰਨਦਾ। ਕਾਰਨ ਕੀ ਹੈ? ਮਾਇਆ ਮੋਹ ਹੈ। ਜਦੋਂ ਮਾਇਆ ਦਾ ਮੋਹ ਛੁੱਟ ਜਾਂਦਾ, ਫਿਰ ਇਹਨੂੰ ਅਸਲੀਅਤ ਪਤਾ ਲੱਗਦੀ ਹੈ। ਫਿਰ ਇਹ ਮਾਇਆ ਵਾਲੇ ਪਾਸਿਓਂ ਮਨ ਮਰ ਜਾਂਦਾ ਹੈ, ਸੱਚ ਵਾਲੇ ਪਾਸਿਓਂ ਜਿਉਦਾ ਹੋ ਜਾਂਦਾ ਹੈ। ਸ਼ਬਦ ਮਰੈ ਫੁਨ ਜੀਵੈ, ਪੁਨਰਪ ਜਨਮ ਨਾ ਹੋਈ। ਫਿਰ ਦੁਬਾਰਾ ਇਹ ਭਵ ਸਾਗਰ 'ਚ ਨਹੀਂ ਆਉਂਦਾ। ਕੁਟੰਬ ਦੇਖ ਬਿਗਸੈ ਕਮਲਾ ਜਿਉ, ਪਰ ਕਰ ਜੋ ਹੈ ਕਪਟ ਨਰਾ। ਹੁਣ ਦੂਜੀ ਗੱਲ ਪਾਤਸ਼ਾਹ ਕਹਿੰਦੇ ਕੁਟੰਬ ਦੇਖ ਬਿਗਸੈ। ਹੁਣ ਖੁਸ਼ ਕਿਹਨੂੰ ਹੁੰਦਾ? ਕੁਟੰਬ ਨੂੰ ਦੇਖ ਕੇ। ਕੁਟੰਬ ਕੀ ਹੈ? ਇਹਦੀਆਂ ਜਿਹੜੀਆਂ ਆਪਣੀਆਂ ਇੱਛਾਵਾਂ ਨੇ, ਉਹ ਇਹਦਾ ਪਰਿਵਾਰ ਹੈ। ਜਿਹੜੇ ਧੀਆਂ ਪੁੱਤਰ ਨੇ, ਉਹਨਾਂ ਨੂੰ ਤਾਂ ਅਸੀਂ ਪਰਿਵਾਰ ਮੰਨਿਆ ਹੋਇਆ। ਉਹ ਇਹਦਾ ਆਤਮਾ ਦਾ ਪਰਿਵਾਰ ਉਹ ਨਹੀਂ ਹੈ। ਉਹ ਸਰੀਰ ਨਾਲ ਸੰਬੰਧਿਤ ਨੇ। ਮਾਸੋਂ ਹੀ ਮਾਸ ਉਪਜੈ, ਉਹ ਮਾਸ ਚੋਂ ਮਾਸ ਪੈਦਾ ਹੋ ਰਿਹਾ ਹੈ। ਉਹ ਇੱਕ ਨੇਚਰ ਦਾ ਲਾਓ ਹੈ। ਇੱਕ ਕੁਟੰਬ ਹੈ ਆਤਮਾ ਦਾ। ਪ੍ਰਾਤਮਾ ਹੈ ਜਿਹੜੀ, ਉਹਦਾ ਜਿਹੜਾ ਕੁਟੰਬ ਹੈ ਉਹ ਆਤਮਾ ਹੈ। ਉਹਦੀਆਂ ਇੱਛਾਵਾਂ ਨੇ, ਉਹਦੀ ਸੋਚ ਹੈ, ਉਹਨੂੰ ਦੇਖ ਕੇ ਖੁਸ਼ ਹੁੰਦਾ। ਹਰ ਇੱਕ ਪ੍ਰਾਣੀ ਆਪਣੀ ਸੋਚ ਨੂੰ ਦੇਖ ਕੇ ਖੁਸ਼ ਹੁੰਦਾ ਹੈ, ਆਪਣੀ ਸੋਚ ਨੂੰ ਦੇਖ ਕੇ ਹੀ ਉਦਾਸ ਹੁੰਦਾ ਹੈ। ਕੁਟੰਬ ਦੇਖ ਬਿਗਸੈ, ਪ੍ਰਸੰਨ ਹੈ, ਕਮਲਾ ਜਿਉ, ਪਰ ਕਰ ਜੋ ਹੈ ਕਪਟ ਨਰਾ। ਪਰ ਕਰ ਜੋ ਹੈ। ਹੁਣ ਕਮਲਾ ਕੀ ਹੈ? ਹੁਣ ਟੀਕਾਕਾਰ ਨੇ ਕਮਲਾ ਦਾ ਅਰਥ ਕਰਤਾ ਕਮਲ ਦਾ ਫੁੱਲ। ਕਮਲਾ ਕੀ ਹੈ? ਜਿਹੜੀ ਸਾਡੀ ਸੁਰਤ ਹੈ, ਉਹਨੂੰ ਕਲਪਨਾ ਦੀ ਮੈਲ ਲੱਗੀ ਹੋਈ ਹੈ। ਉਹਦੇ ਅੰਦਰ ਇੱਛਾ ਹੈ, ਇੱਛਾ ਹੀ ਉਹਨੂੰ ਮੈਲ ਹੈ। ਉਹਨੂੰ ਹੀ ਇੱਛਾਵਾਂ ਨੂੰ ਦੇਖ ਦੇਖ ਕੇ ਖੁਸ਼ ਹੁੰਦਾ ਵੀ ਮੇਰਾ ਮਾਇਆ 'ਚ ਆਹ ਹੋ ਰਿਹਾ, ਮੇਰਾ ਐਡਾ ਵੱਡੇ ਕਾਰੋਬਾਰ ਨੇ, ਮੈਂ ਇਸ ਤਰ੍ਹਾਂ ਵਿਚਰ ਰਿਹਾ, ਦੁਨੀਆ ਮੇਰੀ ਗੱਲ ਮੰਨਦੀ ਹੈ, ਮੈਂ ਆਹ ਬਣਾ ਦਿੱਤਾ, ਮੈਂ ਉਹ ਬਣਾ ਦਿੱਤਾ। ਇਹ ਸਾਰਾ ਕੁਛ ਕੁਟੰਬ ਹੈ। ਕਿਉਂਕਿ ਜਿਹਦਾ ਜੁੜਦਾ ਇਹ, ਜਿੱਥੇ ਜਿੱਥੇ ਦੀ ਸੁਰਤ ਜੁੜੀ ਹੋਈ ਹੈ। ਕਈ ਵਾਰ ਪਰਿਵਾਰ 'ਚ ਆਪਾਂ ਰਹਿੰਦੇ ਹੁੰਦੇ ਹਾਂ, ਪਰਿਵਾਰ ਨਾਲ ਆਪਣੀ ਸੁਰਤ ਨਹੀਂ ਜੁੜਦੀ, ਬਾਹਰ ਕਿਸੇ ਨਾਲ ਸੁਰਤ ਜੁੜੀ ਹੁੰਦੀ ਹੈ। ਕੋਈ ਬਿਲਡਿੰਗ ਬੜੀ ਵਧੀਆ ਲੱਗਦੀ ਹੈ ਆਪਾਂ ਨੂੰ, ਕੋਈ ਦਰਖਤ ਵਧੀਆ ਲੱਗਦਾ, ਉੱਥੇ ਸਾਡੀ ਸੁਰਤ ਜੁੜੀ ਹੈ, ਉਹ ਸਾਡਾ ਪਰਿਵਾਰ ਬਣ ਜਾਂਦਾ, ਜਿਹੜੀ ਸਾਡੀ ਸੋਚ ਹੈ। ਪਰ ਕਰ ਜੋ ਹੈ ਕਪਟ ਨਰਾ। ਕਹਿੰਦੇ ਪਰ ਕਰ ਜੋ ਹੈ, ਫਿਰ ਕੀ ਕਰਦਾ? ਜਿਉਂਦਾ ਕੀ ਹੈ? ਦੂਜੇ ਦੇ ਘਰ ਨੂੰ, ਦੂਜੇ ਦੀ ਸੋਚ ਨੂੰ, ਦੂਜਿਆਂ ਦੇ ਅੰਦਰ ਵੀ ਉਹੀ ਸੋਚ ਦੇਖਦਾ ਜਿਹੜੀ ਆਪਣੇ ਅੰਦਰ ਸੋਚ ਚੱਲਦੀ ਹੈ। ਕਪਟ ਨਰਾ, ਇਹ ਕਪਟ ਹੈ ਇਹਦੇ ਅੰਦਰ।
ਇਸ ਨਰ ਦੇ ਅੰਦਰ ਇੱਕ ਕਪਟ ਬਣ ਜਾਂਦਾ ਹੈ, ਇਹਦਾ ਸੁਭਾਅ ਬਣ ਜਾਂਦਾ ਹੈ ਕਿ ਜਿਹੋ ਜਿਹਾ ਇਹ ਆਪ ਸੋਚਦਾ ਹੈ, ਉਸੇ ਤਰ੍ਹਾਂ ਦੂਜੇ ਨੂੰ ਵੀ ਲਾਉਂਦਾ ਵੀ ਉਹ ਵੀ ਆਈ ਹੈ। ਚੋਰ ਨੂੰ ਸਾਰੇ ਚੋਰ ਹੀ ਲੱਗਦੇ ਆ, ਸਾਧ ਨੂੰ ਸਾਰੇ ਹੀ ਸਾਧ ਲੱਗਦੇ ਆ। ਇਹਦੇ ਅੰਦਰ ਕਪਟ ਹੈ। ਦੂੜਾ ਆਇਓ ਜਮੈ ਦਾਣਾ, ਕਹਿੰਦੇ ਦੂੜਾ ਆਇਓ, ਆਇਆ ਕੀ ਹੈ ਦੂਜਾ ਇਹਦੇ ਅੰਦਰ, ਦੂਜਾ ਭਰਮ ਹੈ। ਉਹ ਜਮ ਹੈ ਤਣਾ, ਉਹ ਭਰਮ ਹੈ ਜਿਹੜਾ, ਉਹ ਜਮ ਹੈ, ਉਹ ਤਣਿਆ ਖੜਾ ਸਾਡੇ ਅੱਗੇ। ਇੱਕ ਹੁਕਮ ਸਾਡੇ ਅੰਦਰੋਂ ਇਸ ਭਵ ਸਾਗਰ ਚੋਂ ਨਿਕਲਣ ਦਾ ਪੈਦਾ ਹੁੰਦਾ, ਇੱਕ ਹੁਕਮ ਸਾਨੂੰ ਇਸ ਭਵ ਸਾਗਰ 'ਚ ਜੋੜੀ ਰੱਖਦਾ। ਦੋ ਹੀ ਸਾਡੇ ਹੀ ਆਪਣੇ ਹੀ ਹੁਕਮ ਨੇ, ਅਸੀਂ ਚਾਹੇ ਇੱਥੋਂ ਨਿਕਲ ਜਾਈਏ ਚਾਹੇ ਇੱਥੇ ਫਸੇ ਰਹੀਏ। ਦੂੜਾ ਆਇਓ, ਜਦੋਂ ਸਾਡੇ ਅੰਦਰ ਦੂਜਾ ਹੁਕਮ ਪੈਦਾ ਹੁੰਦਾ। ਹੁਣ ਦੂਜਾ ਹੁਕਮ ਕਿਵੇਂ ਪੈਦਾ ਹੁੰਦਾ? ਗੁਰੂ ਸਾਹਿਬ ਵੀ ਕਹਿੰਦੇ ਆ, ਸੋ ਸਿੱਖ ਸਖਾ ਬੰਦ ਪਹਿ ਭਾਈ, ਜੇ ਆਪਣੇ ਭਾਣੇ ਗੁਰ ਕੇ ਭਾਣੇ ਵਿੱਚ ਆਵੇ। ਜੇ ਤਾਂ ਇਹ ਗੁਰ ਕੇ ਭਾਣੇ ਚੱਲਦਾ ਫਿਰ ਤਾਂ ਇਹ ਸੋ ਸਖਾ ਸਿੱਖ ਬੰਦਪ ਹੈ। ਜੇ ਆਪਣੇ ਭਾਣੇ ਜੋ ਚੱਲੇ ਭਾਈ, ਸੋ ਵਿਛੜ ਚੋਟਾਂ ਖਾਵੇ। ਜੇ ਇਹਦਾ ਆਪਣਾ ਭਾਣਾ ਹੋਵੇ ਤਾਂ ਵਿਛੜ ਵੀ ਸਕਦਾ। ਜੇ ਗੁਰ ਕੇ ਭਾਣੇ ਚੱਲੇ, ਭਾਵ ਕੇ ਅੰਤਰਾਤਮਾ ਅਨੁਸਾਰ ਚੱਲੇ, ਫਿਰ ਇਹ ਸਖਾ ਮਿੱਤਰ ਵੀ ਹੈ। ਸੋ ਦੂੜਾ ਆਇਓ ਜਮਹਿ ਤਣਾ, ਦੂਜਾ ਹੁਕਮ, ਜਿਹੜੀ ਦੂਜੀ ਇੱਛਾ ਹੈ, ਉਹ ਇਹਦੇ ਅੱਗੇ ਜਮਾ ਭਰਮ ਤਣਿਆ ਖੜਾ ਹੈ, ਕੂੜ ਦੀ ਪਾਲ ਹੈ ਇਹਦੇ ਅੱਗੇ। ਤਿੰਨ ਅੱਗ ਲੜਾ ਮੈਂ ਰਹਿਣ ਨਾ ਜਾਏ, ਕਹਿੰਦੇ ਇਹਨੂੰ ਪਤਾ ਹੀ ਨਹੀਂ ਲੱਗਦਾ ਵੀ ਅੱਗੇ ਵੀ ਮੈਂ ਜਾਣਾ ਕਿਤੇ, ਵੀ ਜਾ ਕੇ ਮੈਂ ਕਿਤੇ ਰਹਿਣਾ ਵੀ ਹੈ। ਉੱਥੇ ਜਾਣ ਬਾਰੇ ਇਹਦੇ ਸੁਰਤੇ ਨਹੀਂ ਅੰਦਰ ਆ ਰਹੀ, ਉਹ ਇੱਛਾ ਹੀ ਨਹੀਂ ਪੈਦਾ ਹੋ ਰਹੀ, ਉਹ ਭਰਮ ਦੀ ਪਾਲ ਆ ਜਿਹੜੀ ਟੁੱਟ ਨਹੀਂ ਰਹੀ। ਕਿਉਂਕਿ ਦੂਜਾ ਜਿਹੜਾ ਹੁਕਮ ਹੈ, ਦੂਜੀ ਜਿਹੜੀ ਇੱਛਾ ਹੈ, ਉਹ ਇਹਦੇ ਉੱਤੇ ਭਾਰੂ ਹੈ, ਇਹਨੂੰ ਪਤਾ ਹੀ ਨਹੀਂ ਲੱਗਦਾ ਵੀ ਅੱਗੇ ਵੀ ਕੁਛ ਹੈ। ਕੋਈ ਕੋਈ ਸਾਜਣ ਆਏ ਕਹੇ, ਕਹਿੰਦੇ ਕੋਈ ਕੋਈ ਆਤਮਾ ਹੈ ਇਸ ਭਾਵ ਸਾਗਰ ਦੇ ਅੰਦਰ, ਜਿਹੜੀ ਸ਼ੁੱਧ ਹੈ, ਜਿਹੜੀ ਉਸ ਸੱਚ ਨੂੰ ਜਾਣਦੀ ਹੈ, ਉਹ ਆ ਕੇ ਕਹਿੰਦੀ ਹੈ। ਉਹ ਨਹੀਂ ਤਾਂ ਆ ਕੇ ਦੱਸਿਆ ਇੱਥੇ ਵੀ ਭਾਈ ਤੁਸੀਂ ਮਾਇਆ ਮੋਹ 'ਚ ਫਸੇ ਹੋਏ ਹੋ, ਤੁਹਾਡੀਆਂ ਜਿਹੜੀਆਂ ਇੱਛਾਵਾਂ ਨੇ ਉਹੀ ਤੁਹਾਡਾ ਪਰਿਵਾਰ ਹੈ, ਉਹ ਆਪਣੀਆਂ ਇੱਛਾ ਛੱਡੋ। ਜਿਹੜਾ ਅਸਲੀ ਪਰਿਵਾਰ ਹੈ ਉਹਦੀ ਤੁਹਾਨੂੰ ਤਾਂ ਸੋਝੀ ਆਵੇਗੀ। ਮੰਨੈ ਤਰੈ ਤਾਰੇ ਗੁਰ ਸਿੱਖ, ਉਹ ਮੰਨ ਕੇ ਜਿਹੜਾ ਤਰਨਾ ਹੈ, ਉਹ ਗੁਰਸਿੱਖਾਂ ਵਾਲਾ ਜੀਵਨ ਬਤੀਤ ਕਰੋ। ਉਹ ਜਿਹੜੇ ਗੁਰਸਿੱਖ ਨੇ ਉਹ ਤੁਹਾਡੇ ਪਰਿਵਾਰਕ ਮੈਂਬਰ ਨੇ, ਇਹ ਪਰਿਵਾਰ ਨਹੀਂ ਹੈ। ਕੋਈ ਕੋਈ ਸਾਜਨ ਆਏ ਕਹੇ, ਕੋਈ ਕੋਈ ਆਤਮਾ ਇਸ ਸੰਸਾਰ 'ਚ ਆ ਕੇ ਜਾਗਦੀ ਹੈ, ਸੱਚ ਨੂੰ ਜਾਣਦੀ ਹੈ, ਉਹ ਫਿਰ ਆ ਕੇ ਸੱਚ ਨੂੰ ਹੀ ਦੱਸਦੀ ਹੈ। ਕੀ ਕਹਿੰਦੀ ਹੈ? ਮਿਲ ਮੇਰੇ ਬੀਠਲ ਲੈ ਬਾਹੜੀ ਬਲਾਏ, ਕਿ ਹੇ ਮੇਰੇ ਬੀਠਲ, ਹੇ ਮੇਰੇ ਹਰ, ਹੇ ਮੇਰੇ ਰੱਬ, ਹੇ ਮੇਰੀ ਪ੍ਰਾਤਮਾ, ਮੈਨੂੰ ਮਿਲ ਲੈ ਬਾਹੜੀ ਬੁਲਾਏ। ਮੈਂ ਤਾਂ ਬਹੁਤ ਬੌੜੀ ਪਾਉਣੀ ਆ, ਉੱਚੀ ਉੱਚੀ ਪੁਕਾਰਦੇ ਆ ਵੀ ਮੈਨੂੰ ਸੱਚ ਦੀ ਸੋਝੀ ਆਵੇ। ਮੇਰੇ ਅੰਦਰ ਉਹੀ ਬੁਲਾਏ ਹੈ, ਉਹੀ ਇੱਛਾ ਹੈ ਕਿ ਮੈਂ ਵੀ ਸੱਚ ਨੂੰ ਮਿਲਾਂ। ਮਿਲ ਮੇਰੇ ਰਾਮਈਆ ਮੈਂ ਲਹੇ ਛਡਾਏ। ਹੁਣ ਰਾਮਈਆ ਤੇ ਬੀਠਲਾ ਇੱਕੋ ਹੀ ਗੱਲ ਹੈ। ਪਿਛਲੇ ਸ਼ਬਦ ਦੇ ਵਿੱਚ ਕਬੀਰ ਸਾਹਿਬ ਨੇ ਰਾਮਈਆ ਸ਼ਬਦ ਵਰਤਿਆ ਸੀਗਾ, ਸ੍ਰੀ ਪਾਤਸ਼ਾਹ ਤਰਲੋਚਨ ਜੀ ਨੇ ਬੀਠਲਾ ਵਰਤ ਲਿਆ, ਕੋਈ ਫਰਕ ਨਹੀਂ ਹੈ। ਮਿਲ ਮੇਰੇ ਰਾਮਈਆ, ਰਾਮਈਆ ਜਿਹੜਾ ਸਾਡੇ ਅੰਦਰ ਰਮਿਆ ਹੋਇਆ, ਸਾਡਾ ਆਪਣਾ ਹੀ ਇੱਛਾ, ਸਾਡਾ ਆਪਣਾ ਹੀ ਹੁਕਮ ਹੈ। ਮੈਂ ਲੇਹੋ ਛਡਾਏ, ਜਿਹੜਾ ਮੇਰੀ ਮੈਂ ਨੂੰ ਛਡਾ ਦੇਵੇ, ਜਿਹੜਾ ਮੈਨੂੰ ਇਹ ਗੱਲ ਦੀ ਸੋਝੀ ਕਰਾ ਦੇਵੇ ਵੀ ਤੂੰ ਇਸ ਸੰਸਾਰ 'ਚ ਕੁਛ ਵੀ ਨਹੀਂ ਹੈ, ਤੇਰੀ ਪਕੜ ਹੈ ਜਿਹੜੀ ਸੰਸਾਰ 'ਚੋਂ ਗਲਤ ਹੈ, ਤੂੰ ਇਸ ਸੰਸਾਰ ਦਾ ਵਾਸੀ ਨਹੀਂ ਹੈ, ਤੂੰ ਇੱਥੋਂ ਦੇ ਰਹਿਣ ਵਾਲਾ ਪ੍ਰਾਣੀ ਨਹੀਂ ਹੈ, ਤੂੰ ਇੱਥੋਂ ਦੇ ਰਹਿਣ ਵਾਲਾ ਜੀਵ ਨਹੀਂ ਹੈ, ਪਰ ਤੂੰ ਮੰਨੀ ਬੈਠਾ। ਇਹ ਮੇਰੇ ਅੰਦਰੋਂ ਕੋਈ ਛਡਾ ਦੇਵੇ, ਕਹਿੰਦੇ ਮੈਂ ਨੂੰ ਛਡਾ ਦੇਵੇ, ਉਹ ਹੈ ਬੀਠਲ, ਉਹ ਹੈ ਰਾਮਈਆ। ਰਹਾਓ ਪਾਤਸ਼ਾਹ ਕਹਿੰਦੇ ਵਿਚਾਰੋ ਆਪਣੇ ਆਪ ਨੂੰ, ਸੋਚੋ ਵੀ ਤੁਸੀਂ ਕਿੱਥੇ ਖੜੇ ਹੋ, ਕੀ ਕਰਦੇ ਹੋ। ਅਨਕ ਅਨਕ ਭੋਗ ਰਾਜ ਵਿਸਰੇ ਪ੍ਰਾਣੀ, ਸੰਸਾਰ ਸਾਗਰ ਪੈ ਅਮਰ ਪਿਆ। ਕੀ ਕਾਰਨ ਬਣ ਗਿਆ ਕਿ ਸੰਸਾਰ 'ਚੋਂ ਜਾਣ ਨੂੰ ਜੀ ਨਹੀਂ ਕਰਦਾ? ਕਿਉਂਕਿ ਇੱਥੇ ਅਨਕ ਅਨਕ ਭੋਗ ਰਾਜ,
ਇੰਨੇ ਜ਼ਿਆਦਾ ਭੋਗ ਨੇ, ਇੰਨੇ ਰਾਜ ਨੇ, ਇੰਨੀਆਂ ਸੁੱਖ ਸਹੂਲਤਾਂ ਮਾਣਦਾ, ਵਿਸਰੇ। ਉਹਨਾਂ ਭੋਗਾਂ ਨੂੰ ਭੋਗੀ ਵੀ ਜਾਂਦਾ, ਫਿਰ ਵੀ ਵਿਸਰਿਆ ਰਹਿੰਦਾ। ਉਸ ਰਾਜ ਨੂੰ ਭੋਗਦਾ ਵੀ, ਰਾਜ 'ਚ ਰਹਿੰਦਾ ਵੀ ਵਿਸਰਿਆ ਜਾਂਦਾ। ਰਾਜ ਦੇ ਸੁੱਖ ਵੀ ਨਹੀਂ ਪੂਰੇ ਮਾਣ ਹੁੰਦੇ। ਪ੍ਰਾਣੀ ਸੰਸਾਰ ਸਾਗਰ ਪੈ ਅਮਰ ਪੈ। ਫਿਰ ਪ੍ਰਾਣੀ ਕੀ ਕਰਦਾ ਵੀ ਸੰਸਾਰ ਸਾਗਰ ਹੈ ਜਿਹੜਾ, ਇਹਦੇ ਤੇ ਮੇਰਾ ਹੁਕਮ ਚੱਲੇ, ਮੇਰਾ ਹੀ ਹੁਕਮ ਚੱਲੇ, ਮੇਰੀ ਉਹ ਇੱਛਾਵਾਂ ਚੱਲਣ, ਜੋ ਮੈਂ ਕਹਾਂ ਉਵੇਂ ਹੀ ਹੋਵੇ। ਜਿੱਡਾ ਕਲੇ ਦਾ ਰਾਜ ਹੈ। ਹਰ ਇੱਕ ਬੰਦਾ, ਜੇ ਪਰਿਵਾਰ 'ਚ 3 ਬੰਦੇ ਰਹਿੰਦੇ ਸੰਸਾਰੀ ਤੌਰ 'ਤੇ, ਤਾਂ ਉਹ 3 ਬੰਦਿਆਂ 'ਤੇ ਆਪਣੀ ਹੁਕਮ ਚਲਾਉਣਾ ਚਾਹੁੰਦਾ ਵੀ 3 ਬੰਦੇ ਮੇਰੀ ਗੱਲ ਮੰਨਣ। ਕੋਈ ਪਿੰਡ 'ਤੇ ਚਲਾਉਣਾ ਚਾਹੁੰਦਾ, ਕੋਈ ਸ਼ਹਿਰ 'ਤੇ ਚਲਾਉਣਾ ਚਾਹੁੰਦਾ, ਕੋਈ ਰਾਜ 'ਚ ਚਲਾਉਣਾ ਚਾਹੁੰਦਾ, ਕੋਈ ਸੰਸਾਰ 'ਤੇ ਚਲਾਉਣਾ ਚਾਹੁੰਦਾ, ਕੋਈ ਦੇਸ਼ 'ਤੇ ਚਲਾਉਣਾ ਚਾਹੁੰਦਾ। ਹਰ ਕੋਈ ਆਪਣਾ ਅਮਰ ਚਲਾਉਂਦਾ, ਆਪਣਾ ਹੁਕਮ ਚਲਾਉਣਾ ਚਾਹੁੰਦਾ। ਕਿਉਂ ਚਲਾਉਂਦਾ? ਕਿਉਂਕਿ ਭੋਗ ਵਿਸਰਿਆ ਹੋਇਆ। ਅਸਲੀ ਹੁਕਮ ਹੈ ਜਿਹੜਾ, ਉਹ ਵਿਸਰਿਆ ਹੋਇਆ। ਜਿਹਦਾ ਹੁਕਮ ਲਗਾਤਾਰ ਚੱਲ ਰਿਹਾ, ਉਸ ਹੁਕਮ ਨੂੰ ਵਿਸਾਰ ਕੇ ਇਹ ਇੱਛਾ ਆਪਣੇ ਅੰਦਰ ਪੈਦਾ ਕਰ ਲਈ ਕਿ ਮੇਰਾ ਹੁਕਮ ਚੱਲਦਾ। ਫਿਰ ਸਜ਼ਾ ਕੀ ਹੈ? ਕਹਿੰਦੇ ਮਾਇਆ ਮੋਠਾ ਚੇਤ ਸਨਾਹੀ, ਜਨਮ ਗਵਾਇਓ ਆਲਸੀਆ। ਕਹਿੰਦੇ ਮਾਇਆ ਨੇ ਐਸੀ ਠੱਗੀ ਇਹਦੇ ਨਾਲ ਮਾਰ ਲਈ, ਇਹਨੂੰ ਚੇਤਸ ਨਹੀਂ, ਇਹਨੂੰ ਚੇਤਾ ਹੀ ਨਹੀਂ ਆਉਂਦਾ, ਇਹਨੂੰ ਪਤਾ ਹੀ ਨਹੀਂ ਲੱਗਦਾ ਕਿ ਜਨਮ ਗਵਾਇਓ, ਕਿ ਜਿਹੜਾ ਜਨਮ ਲੈਣ ਵਾਸਤੇ ਇੱਥੇ ਆਇਆ ਸੀ, ਉਹ ਜਨਮ ਇਹਦਾ ਗਵਾਇਆ ਗਿਆ। ਸਰੀਰ ਦਾ ਮਿਲ ਜਾਣਾ ਜਨਮ ਲੈਣਾ ਨਹੀਂ ਹੈ। ਸਰੀਰ ਦਾ ਛੱਡ ਕੇ ਚਲੇ ਜਾਣਾ ਮਰਨਾ ਨਹੀਂ ਹੈ। ਉਹ ਸਾਡੀ ਭਾਸ਼ਾ 'ਚ ਜ਼ਰੂਰ ਹੈ, ਪਰ ਸੱਚਖੰਡ ਦੀ ਭਾਸ਼ਾ ਦੇ ਵਿੱਚ ਇਹ ਨਹੀਂ ਹੈ। ਸੱਚਖੰਡ ਦੀ ਭਾਸ਼ਾ ਦੇ ਵਿੱਚ ਹੈ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ। ਕੱਪੜਾ ਲਾ ਕੇ ਜਾਣਾ, ਇਹਦਾ ਮਤਲਬ ਪਾਇਆ ਕਿਸੇ ਹੋਰ ਨੇ ਹੋਇਆ। ਇਹੀ ਤਾਂ ਠੱਗੀ ਹੈ ਕਿ ਮਾਇਆ ਮੁੱਠਾ ਚੇਤਸ ਨਾਹੀ, ਇਹਨੂੰ ਪਤਾ ਹੀ ਨਹੀਂ। ਜਨਮ ਗਵਾਇਓ, ਇਹਨੇ ਅਸਲੀ ਜਿਹੜਾ ਜਨਮ ਲੈਣ ਆਇਆ ਸੀ ਇੱਥੇ, ਉਹ ਜਨਮ ਗਵਾਤਾ, ਉਹ ਸਮਾਂ ਗਵਾਤਾ। ਜਿਵੇਂ ਮਾਤਾ ਦੇ ਗਰਭ 'ਚੋਂ ਬੱਚਾ ਬਾਹਰ ਆ ਜਾਂਦਾ, ਇਸੇ ਤਰ੍ਹਾਂ ਇਹ ਜਿਹੜਾ ਸੰਸਾਰ ਹੈ ਗਰਭ ਹੈ। ਇਹ ਜਿੰਨੀਆਂ ਵੀ ਇੱਛਾਵਾਂ ਨੇ ਗਰਭ ਹੈ। ਇਸ ਗਰਭ 'ਚੋਂ ਰਾਮ ਨੇ ਬਾਹਰ ਜਾਣਾ, ਇਹਨਾਂ ਇੱਛਾ ਤੋਂ ਖਹਿੜਾ ਛਡਾਉਣਾ। ਇਹ ਇੱਛਾ ਦੀ ਪੀੜਾ 'ਚੋਂ ਬਾਹਰ ਨਿਕਲਣਾ। ਜਿਵੇਂ ਬੱਚਾ ਮਾਤਾ ਦੇ ਗਰਭ ਦੀ ਜਿਹੜੀ ਪੀੜਾ ਹੁੰਦੀ ਹੈ, ਉਹ 'ਚੋਂ ਬਾਹਰ ਨਿਕਲਣਾ ਚਾਹੁੰਦਾ ਹੈ, ਇਸੇ ਤਰ੍ਹਾਂ ਹੀ ਪ੍ਰਾਤਮਾ ਹੈ ਜਿਹੜੀ, ਇਹ ਸੰਸਾਰ ਰੂਪੀ ਜਿਹੜੀਆਂ ਇੱਛਾਵਾਂ ਨੇ, ਇਹਨਾਂ 'ਚੋਂ ਬਾਹਰ ਨਿਕਲਣਾ ਚਾਹੁੰਦੀ ਹੈ। ਆਲਸੀਆ ਕਿਉਂ ਨਹੀਂ ਨਿਕਲਦਾ? ਕਿਉਂਕਿ ਆਲਸੀ ਬਹੁਤ ਹੈ। ਆਪ ਕਰਕੇ ਹੀ ਕੁਛ ਰਾਜੀ ਨਹੀਂ ਹੈ। ਮੰਨੀ ਜ਼ਰੂਰ ਜਾਂਦਾ, ਕਹੀ ਜ਼ਰੂਰ ਜਾਂਦਾ ਵੀ ਸੱਚ ਬੋਲਣਾ ਚਾਹੀਦਾ, ਪਰ ਬੋਲਦਾ ਨਹੀਂ। ਕਹਿੰਦਾ ਜ਼ਰੂਰ ਹੈ ਨਿੰਦਿਆ ਨਹੀਂ ਕਰਨੀ, ਪਰ ਹਟਦਾ ਨਹੀਂ। ਆਲਸ ਹੈ, ਕੁਛ ਨਹੀਂ ਕਰਦਾ, ਜਾਣਦਾ ਸਭ ਕੁਛ ਹੈ। ਮਨ ਜਾਣਤ ਸਭ ਬਾਤ, ਜਾਣਦਾ ਸਾਰਾ ਕੁਛ ਹੈ। ਜਾਣਤ ਹੀ ਔਗਣ ਕਰੇ, ਫਿਰ ਜਾਣ ਕੇ ਹੀ ਗਲਤੀ ਕਰਦਾ। ਫਿਰ ਕਾਹੇ ਕੀ ਕੁਸਲਾਤ, ਹੇ ਮੇਰੇ ਮਨਾ ਕਾਹਦੀ ਸਿਆਣਪ ਹੈ। ਕਿਹਦੇ ਨਾਲ ਧੋਖਾ ਕਰਦਾ, ਕਿਹਦੇ ਨਾਲ ਠੱਗੀ ਮਾਰਦਾ? ਤਾਂ ਸਵੈਮ ਆਪਣੇ ਨਾਲ ਹੀ ਮਾਰਦਾ ਨਾ। ਹੱਥ ਦੀਪ ਕੂਹੇ ਪਰ, ਹੱਥ 'ਚ ਦੀਪ ਹੈ, ਹੱਥ 'ਚ ਗੁਰਬਾਣੀ ਤੇਰੇ ਕੋਲ ਹੈ, ਭਰਮ 'ਚ ਫੇਰ ਪਿਆ ਹੋਇਆ। ਬਿਖਮ ਘੋਰ ਪੰਥੀ ਚਾਲਣਾ ਪ੍ਰਾਣੀ, ਰੱਬ ਸੱਸ ਤਹਿ ਨਾ ਪਰਵੇਸੰ। ਬਿਖਮ ਘੋਰ ਪੰਥੀ ਚਾਲਣਾ ਪ੍ਰਾਣੀ। ਹੁਣ ਬਿਖਮ ਘੋਰ ਦੇ ਉੱਪਰ ਜਿਹੜਾ ਪੰਥੀ ਹੈ, ਰਸਤੇ ਤੇ ਚੱਲਣ ਵਾਲਾ ਪ੍ਰਾਣੀ ਹੈ। ਬਿਖਮ ਘੋਰ ਕੀ ਹੈ? ਮਾਇਆ ਮੋਹ ਹੈ। ਪਤਾ ਹੈ ਸਭ ਕੁਛ ਹੈ, ਪਰ ਫਿਰ ਵੀ ਚੱਲਦਾ ਹੈ। ਹੇ ਪ੍ਰਾਣੀ ਰੱਬ ਸੱਸ ਤਹਿ ਨਾ ਪਰਵੇਸੰ। ਹੁਣ ਰੱਬ ਕੀ ਹੈ? ਰੱਬ ਹੈ ਸੂਰਜ। ਸੂਰਜ ਕੀ ਹੈ? ਸਾਡਾ ਮੂਲ ਪ੍ਰਾਤਮਾ। ਸੱਸ ਕੀ ਹੈ? ਚੰਦਰਮਾ। ਚੰਦਰਮਾ ਕੀ ਹੈ? ਮਨ। ਮਨ ਘਟਦਾ ਵੱਧਦਾ। ਮਨ ਦਾ ਆਪਣੇ ਮੂਲ ਦੇ ਵਿੱਚ ਪ੍ਰਵੇਸ਼ ਨਹੀਂ ਹੁੰਦਾ। ਜੋਤੀ ਨਾਲ ਜੋਤ ਨਹੀਂ ਮਿਲਦੀ। ਜਿੰਨਾ ਚਿਰ ਜੋਤੀ ਜੋਤ ਇੱਕ ਨਹੀਂ ਹੁੰਦੀ, ਆਤਮਾ ਪ੍ਰਾਤਮਾ ਇੱਕ ਨਹੀਂ ਹੁੰਦੀਆਂ, ਉਨਾ ਚਿਰ ਗੱਲ ਨਹੀਂ ਬਣਦੀ। ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਆਤਮਾ ਪ੍ਰਾਤਮਾ ਏਕੋ ਕਰੈ, ਅੰਤਰ ਕੀ ਦੁਬਿਧਾ ਅੰਤਰ ਮਰੈ। ਸਸੀ ਦੇ ਘਰੇ ਰੱਬ ਦੇ ਘਰੇ ਸਸੀ ਦਾ ਪ੍ਰਵੇਸ਼ ਨਹੀਂ ਹੁੰਦਾ। ਜਦੋਂ ਮਨ ਆਪਣੇ ਮੂਲ ਦੇ ਨਾਲ ਜੁੜ ਗਿਆ, ਆਪਣੇ ਹਿਰਦੇ ਚਲਾ ਗਿਆ, ਤਾਂ ਪ੍ਰਵੇਸ਼ ਹੋ ਗਿਆ। ਤਾਂ ਫਿਰ ਕੀ ਹੋ ਜਾਂਦਾ? ਮਾਇਆ ਮੋਹ ਤਬ ਵਿਸਰ ਗਿਆ। ਉਦੋਂ ਮਾਇਆ ਦਾ ਮੋਹ ਵਿਸਰਦਾ, ਪਹਿਲਾਂ ਨਹੀਂ।
ਕਿਉਂਕਿ ਜਿਹੜਾ ਸੱਸ ਹੈ, ਮਨੀ ਹੈ, ਮਨ ਹੈ, ਇਹਦੇ ਅੰਦਰ ਤਾਂ ਇੱਛਾ ਮਨ ਹੈ। ਅਸਲ ਵਿੱਚ ਜਿਹੜਾ ਮਨ ਹੈ ਇਹੀ ਮਾਇਆ ਰੂਪੀ ਹੈ। ਜਿਹੜਾ ਮਨ ਦਾ ਮੂਲ ਹੈ ਉਹ ਸ਼ੁੱਧ ਮਨ ਹੈ, ਉਹ ਇੱਛਾ ਕਰਦਾ ਹੈ, ਉਹਦੀ ਇੱਛਾ ਮਨ ਹੈ। ਜਿਹੜਾ ਸਾਡਾ ਮੂਲ ਹੈ ਉਹ ਸੱਚਖੰਡ ਵਾਲਿਆਂ ਦੀ ਇੱਛਾ ਹੈ, ਉਹ ਉਹਨਾਂ ਦਾ ਮਨ ਹੈ। ਉਹ ਉਹਨੂੰ ਕਹਿੰਦੇ ਆ ਵੀ ਤੂੰ ਛੱਡ ਖਹਿੜਾ ਸਾਰਾ ਸੰਸਾਰ ਦਾ, ਕੁਛ ਨਹੀਂ ਹੈ। ਪਰ ਜਿਹੜਾ ਸਾਡਾ ਮੂਲ ਹੈ, ਮਨ ਦਾ ਮੂਲ ਹੈ ਪ੍ਰਾਤਮਾ, ਉਹ ਖਹਿੜਾ ਨਹੀਂ ਛੱਡਦੀ, ਕਿਉਂਕਿ ਉਹ ਕਮਜ਼ੋਰ ਬਹੁਤ, ਉਹ ਫਸ ਬਹੁਤ ਗਿਆ। ਉਹਨੇ ਇੱਛਾ 'ਚ ਪਸਾਰਾ ਹੀ ਇੰਨਾ ਕਰ ਲਿਆ, ਉਹਨੂੰ ਆਪਣੀਆਂ ਕੀਤੀਆਂ ਹੋਈਆਂ ਗੱਲਾਂ ਦੇ ਉੱਪਰੋਂ ਪਿੱਛੇ ਨਹੀਂ ਹਟ ਹੋ ਰਿਹਾ ਉਹ ਤੋਂ। ਉਹ ਕਹਿੰਦਾ ਮੈਂ ਇਹ ਗੱਲਾਂ ਪਹਿਲਾਂ ਕਹੀਆਂ ਨੇ, ਹੁਣ ਮੈਂ ਕਿਵੇਂ ਪਿੱਛੇ ਹਟ ਜਾਵਾਂ। ਉਹ ਝੂਠ ਤੇ ਹੀ ਪਹਿਰਾ ਦੇਈ ਜਾ ਰਿਹਾ ਹੈ। ਉਹ ਸਵੀਕਾਰ ਨਹੀਂ ਕਰਦਾ ਵੀ ਮੈਂ ਝੂਠ ਕਿਹਾ ਹੋਇਆ, ਮੇਰੇ ਤੋਂ ਗਲਤ ਹੋ ਗਿਆ। ਤਾਂ ਪਾਤਸ਼ਾਹ ਨੇ ਇੱਥੇ ਬਚ ਲਿਆ, ਕਹਿੰਦੇ ਮਾਇਆ ਮੋਹ ਤਬ ਵਿਸਰ ਗਿਆ, ਤਾਂ ਵਿਸਰਦਾ ਜਦੋਂ ਸੱਸ ਰਵੀ ਦੇ ਘਰੇ ਪ੍ਰਵੇਸ਼ ਕਰੇ। ਜਿੰਨਾ ਚਿਰ ਸੱਸ ਰੱਬ ਦੇ ਘਰੇ ਪ੍ਰਵੇਸ਼ ਨਹੀਂ ਕਰਦਾ, ਉਨਾ ਚਿਰ ਮਾਇਆ ਮੋਹ ਨਹੀਂ ਛੁੱਟਦਾ। ਤੇ ਜਦੋਂ ਮਾਇਆ ਮੋਹ ਛੁੱਟ ਜਾਂਦਾ, ਫਿਰ ਪਾਤਸ਼ਾਹ ਕੀ ਕਹਿੰਦੇ, ਮਾਇਆ ਮੋਹ ਤਬ ਵਿਸਰ ਗਿਆ ਜਾਂ ਤਜੀ ਅਲੇ ਸੰਸਾਰ, ਤਾਂ ਸੰਸਾਰ ਛੁੱਟਦਾ, ਤਾਂ ਆਤਮਾ ਪ੍ਰਾਤਮਾ 'ਚ ਮਿਲਦੀ ਹੈ, ਤਾਂ ਜੋਤੀ ਨਾਲ ਜੋਤ ਰਲਦੀ ਹੈ। ਉਹਨਾਂ ਚਿਰ ਨਹੀਂ ਹੈ। ਆਜ ਮੇਰੇ ਮਨੀ ਪ੍ਰਗਟ ਪਿਆ ਹੈ, ਪੇਖੀ ਲੈ ਧਰਮ ਰਾਓ। ਫਿਰ ਕੀ ਹੋਇਆ, ਜਦੋਂ ਸਸੀ ਰੱਬ ਦੇ ਘਰੇ ਚਲੇ ਗਿਆ ਤਾਂ ਆਜ ਮੇਰਾ ਮਨ ਹੀ ਪ੍ਰਗਟ ਪਿਆ, ਤਾਂ ਮਨ ਦੇ ਅੰਦਰ ਪਤਾ ਲੱਗਿਆ, ਮਨ ਮੈਂ ਆਪ, ਮਨ ਆਪਣੇ ਮਾਏ, ਕਿ ਇਹ ਤਾਂ ਮੈਂ ਹੀ ਸੀਗਾ, ਹੋਰ ਤਾਂ ਕੋਈ ਹੈ ਹੀ ਨਹੀਂ। ਪ੍ਰਗਟ ਹੋ ਗਿਆ, ਭਾਵ ਕਿ ਜਿਹੜੀ ਚੀਜ਼ ਗੁਪਤ ਸੀਗੀ, ਆਪਣਾ ਆਪਾ ਲੁਕਿਆ ਹੋਇਆ ਸੀ, ਉਹ ਜ਼ਾਹਰ ਹੋ ਗਿਆ। ਵੇਖੀ ਵਾਲੇ ਧਰਮ ਰਾਏ, ਵੇਖ ਲਿਆ ਕੀ ਧਰਮ ਰਾਓ ਕੀ ਹੈ, ਹੁਕਮ ਹੈ। ਧਰਮ ਕੀ ਹੈ, ਸੱਚ। ਰਾਓ ਕੀ ਹੈ, ਹੁਕਮ। ਸਾਰੇ ਸੱਚਖੰਡ ਦਾ ਜਿਹੜਾ ਹੁਕਮ ਹੈ, ਸਾਰੇ ਸੱਚਖੰਡ ਦੇ ਜਿਹੜੇ ਰਾਜੇ ਨੇ, ਉਹਨਾਂ ਦੀ ਇੱਛਾ ਕੀ ਹੈ, ਧਰਮ। ਧਰਮ ਕੀ ਹੈ, ਸੱਚ ਬੋਲੀ ਹੈ, ਸੱਚ ਧਰਮ, ਝੂਠ ਨਾ ਬੋਲੀ। ਅੱਜ ਮੇਰੇ ਮਨ ਹੀ ਪ੍ਰਗਟ ਪਿਆ, ਮੇਰੇ ਮਨ ਵਿੱਚ ਉਹ ਪਤਾ ਲੱਗ ਗਿਆ ਕਿ ਪੇਖੀ ਹਲੇ, ਮੈਂ ਵੇਖ ਲਿਆ ਕਿ ਧਰਮ ਰਾਓ ਹੈ, ਹੁਕਮ ਹੀ ਚੱਲਦਾ ਸਾਰੇ ਪਾਸੇ। ਤਹਿ ਕਰ ਦਲ ਕਾਰਨ ਮਹਾਬਲੀ, ਤਿਨ ਆਗਲੜਾ ਮੈਂ ਰਹਿਣ ਨਾ ਜਾਏ। ਤਹਿ ਕਰ ਦਲ ਕਾਰਨ ਮਹਾਬਲੀ, ਤਹਿ ਕਰ ਜਿਹੜਾ ਸਾਡਾ ਮਨ ਚਿੱਤ ਹੈ, ਇਹ ਕਰ ਨੇ, ਇਹ ਦਲੇ ਗਏ, ਦੋਨੇ ਖਤਮ ਹੋ ਗਏ, ਮਨ ਵੀ ਖਤਮ ਹੋ ਗਿਆ, ਚਿੱਤ ਵੀ ਖਤਮ ਹੋ ਗਿਆ। ਬੜੇ ਮਹਾਬਲੀ ਸੀ, ਬੜੇ ਵੱਡੇ ਯੋਧੇ ਸੀ, ਦੋਨੇ ਖਤਮ ਹੋ ਜਾਂਦੇ। ਜਦੋਂ ਦੋਏ ਖਤਮ ਹੁੰਦੇ, ਆਤਮਾ ਪ੍ਰਾਤਮਾ 'ਚ ਮਿਲ ਜਾਂਦੀ ਹੈ, ਤਾਂ ਇਹਨਾਂ ਦੋਨਾਂ ਦੇ ਵਿੱਚੋਂ ਇੱਕ ਨਵੀਂ ਚੀਜ਼ ਪੈਦਾ ਹੁੰਦੀ ਹੈ, ਜਿਹਨੂੰ ਪਰਮਾਤਮ ਕਹਿੰਦੇ। ਆਤਮ ਚੀਨ ਪਰਮਾਤਮ ਸੋਈ। ਇੱਕ ਹੋਏ ਤਾਂ ਉਗਵੈ। ਜਦੋਂ ਇੱਕ ਹੋ ਜਾਂਦੇ ਇਹਨਾਂ 'ਚੋਂ ਫਿਰ ਕੁਛ ਉੱਗਦਾ। ਜਿਵੇਂ ਦਾਣਾ ਜਦੋਂ ਉੱਗਦਾ, ਉਹਦੇ ਵਿੱਚੋਂ ਜਿਹੜਾ ਦਾਣਾ ਆਪਾਂ ਬੀਜਿਆ ਹੁੰਦਾ, ਉਹ ਖਤਮ ਹੋ ਜਾਂਦਾ। ਇਸੇ ਤਰ੍ਹਾਂ ਜਦੋਂ ਆਤਮਾ ਪ੍ਰਾਤਮਾ ਇੱਕ ਹੋ ਜਾਂਦੀਆਂ ਨੇ, ਤਾਂ ਇਹ ਖਤਮ ਹੋ ਜਾਂਦੀਆਂ ਨੇ। ਇਹਨਾਂ 'ਚੋਂ ਇੱਕ ਨਵੀਂ ਚੀਜ਼ ਪੈਦਾ ਹੁੰਦੀ ਹੈ, ਜਿਹਨੂੰ ਪਰਮਾਤਮ ਵੀ ਆਖਿਆ, ਸ਼ਬਦ ਗੁਰੂ ਵੀ ਆਖਿਆ, ਸ੍ਰੀ ਗੁਰੂ ਵੀ ਆਖਿਆ, ਬਾਣੀ ਗੁਰੂ ਵੀ ਆਖਿਆ। ਉਹ ਚੀਜ਼ ਫਿਰ ਅੰਦਰੋਂ ਪ੍ਰਗਟ ਹੁੰਦੀ ਹੈ। ਉਹ ਹੈ ਤਾਹੇਕਾਰ ਦਲ ਮਹਾਬਲੀ। ਜਿਹੜਾ ਮਹਾਬਲੀ ਸੀ, ਇਹ ਖਤਮ ਹੋ ਜਾਂਦਾ। ਤਿੰਨ ਅੱਗ ਲੜਾ ਮੈਂ ਰਹਿਣ ਨਾ ਜਾਏ। ਉਹਦੇ ਅੱਗੇ ਫਿਰ ਜਿਹੜੀ ਮੈਂ ਹੁੰਦੀ ਹੈ, ਖਤਮ ਹੋ ਜਾਂਦੀ ਹੈ। ਕੋਈ ਆਤਮਾ ਦੀ ਹੋਂਦ ਹੀ ਨਹੀਂ ਰਹਿ ਜਾਂਦੀ। ਫਿਰ ਪਰਮਾਤਮ ਹੀ ਪਰਮਾਤਮ ਹੋ ਜਾਂਦਾ, ਤੂੰ ਹੀ ਤੂੰ ਹੋ ਜਾਂਦਾ। ਆਪਾ ਪਰ ਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਫਿਰ ਹੁਕਮ ਹੀ ਹੁਕਮ ਦੀਦਾ। ਜੇ ਕੋ ਮੂੰਹ ਉਪਦੇਸ਼ ਕਰਤ ਹੈ, ਤਾਂ ਵਣ ਤ੍ਰਿਣ ਰਤੜਾ ਨਾਰਾਇਣ। ਕਹਿੰਦੇ ਜੇ ਕੋ ਮੂੰਹ ਉਪਦੇਸ਼ ਕਰਤਾ, ਕਹਿੰਦੇ ਜੇ ਕੋਈ ਮੈਨੂੰ ਇਹੋ ਜਿਹੀ ਗੱਲ ਦੱਸਦਾ, ਉਪਦੇਸ਼, ਉਸ ਦੇਸ਼ ਦਾ ਜਿਹੜਾ ਉਪ ਹੈ, ਸਭ ਤੋਂ ਸ੍ਰੇਸ਼ਟ ਦੇਸ਼ ਹੈ, ਉੱਥੋਂ ਦੀ ਕੋਈ ਗੱਲ ਮੈਨੂੰ ਸੁਣਾਉਂਦਾ, ਉਹ ਸੱਚ ਮੈਨੂੰ ਕੋਈ ਦੱਸਦਾ, ਤਾਂ ਵਣ ਤ੍ਰਿਣ ਰਤੜਾ ਨਾਰਾਇਣ। ਤਾਂ ਫਿਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਵੀ ਬਾਣਾਂ ਦੇ ਅੰਦਰ ਵੀ ਜਿੰਨੀ ਵੀ ਇਹ ਸ੍ਰਿਸ਼ਟੀ ਹੈ, ਚਾਹੇ ਕੋਈ ਜੀਵ ਹੈ, ਚਾਹੇ ਕੋਈ ਨਿਰਜੀਵ ਹੈ, ਸਾਰਿਆਂ ਦੇ ਅੰਦਰ ਉਸ ਜੀਵ ਨੂੰ ਪਤਾ ਲੱਗ ਜਾਂਦਾ ਕਿ ਸਭ ਦੇ ਅੰਦਰ ਤਾਂ ਹੁਕਮ ਹੈ। ਨਾਰਾਇਣ, ਨਾਰਾਇਣ ਦਾ ਭਰਮ ਤੋਂ ਦੂਰ, ਭਰਮ ਤੋਂ ਦੂਰ ਤਾਂ ਫਿਰ ਹੁਕਮ ਹੀ ਹੈ। ਜਾਂ ਉਹ ਜੀਵ ਹੈ ਜਿਹਨੇ ਹੁਕਮ ਨੂੰ ਜਾਣ ਲਿਆ, ਉਹੀ ਖੁਦ ਨਾਰਾਇਣ ਹੈ। ਐ ਜੀ ਤੂੰ ਆਪੇ ਸਭ ਕੁਛ ਜਾਣਦਾ। ਦੇਖੋ ਪਾਤਸ਼ਾਹ ਨੇ ਕੀ ਲਿਖਿਆ, ਮਨ ਤੂੰ
ਜਾਣਦਾ ਹੈ ਸਾਰਾ ਕੁਝ। ਮਨ ਜਾਣਤ ਸਭ ਬਾਤ, ਐ ਜੀ ਹੇ ਜੀਵ ਤੂੰ ਸਭ ਕੁਝ ਜਾਣਦਾ ਹੈ। ਵਧਤ ਤਰਲੋਚਨ ਰਾਮਈਆ, ਰਾਮਈਆ ਜਿਹੜੇ ਤਰਲੋਚਨ ਜੀ ਪਾਤਸ਼ਾਹ ਨੇ ਉਹ ਕਹਿੰਦੇ ਹੈ ਵਧਤ, ਵੀ ਤੂੰ ਸਭ ਕੁਝ ਜਾਣਦਾ। ਮੈਂ ਤੈਨੂੰ ਇਹ ਗੱਲ ਕਹਿਣਾ, ਇਹ ਤੇ ਤੂੰ ਭੁੱਲਿਆ ਨਹੀਂ ਹੋਇਆ ਕਿਸੇ ਗੱਲੋਂ ਕਿ ਤੈਨੂੰ ਪਤਾ ਨਹੀਂ ਕੁਛ। ਤੂੰ ਇੱਥੇ ਭਾਵੇਂ ਲੱਖ ਕਹੀ ਚਲੇ ਮੈਨੂੰ ਕੁਛ ਨਹੀਂ ਪਤਾ, ਪਰ ਤੂੰ ਜਾਣਦਾ ਸਾਰਾ ਕੁਛ। ਤੈਨੂੰ ਸਭ ਪਤਾ ਹੈ ਕਿ ਕੀ ਕਾਰਨ ਹੈ ਤੈਨੂੰ ਇੱਥੇ ਫਸਣ ਦਾ, ਕੀ ਕਾਰਨ ਹੈ ਇੱਥੋਂ ਨਿਕਲਣ ਦਾ, ਸਾਰਾ ਪਤਾ ਹੈ। ਮਾਇਆ ਮੋਹ 'ਚ ਤੂੰ ਫਸਿਆ ਹੋਇਆ, ਮਾਇਆ 'ਚੋਂ ਨਿਕਲਣ ਵਾਸਤੇ ਕੀ ਹੈ ਹੁਕਮ? ਗੁਰਬਾਣੀ, ਇਹਦੀ ਸੋਝੀ ਪ੍ਰਾਪਤ ਕਰ। ਜਿਵੇਂ ਜਿਵੇਂ ਤੂੰ ਗੁਰਬਾਣੀ ਦੀ ਸੋਝੀ ਪ੍ਰਾਪਤ ਕਰੇਗਾ, ਤਿਵੇਂ ਤਿਵੇਂ ਤੂੰ ਮਾਇਆ 'ਚੋਂ ਬਾਹਰ ਨਿਕਲ ਜਾਏਗਾ। ਪਰ ਕੋਈ ਕੋਈ ਸਾਜਣ ਆਏ ਕਹਿ, ਕੋਈ ਬਿਰਲੀ ਆਤਮਾ ਹੁੰਦੀ ਹੈ ਜਿਹੜੀ ਉਸ ਸੱਚ ਬਾਰੇ ਸਾਨੂੰ ਸੁਗਿਆਨ ਕਰਾਉਂਦੀ ਹੈ, ਅਤੇ ਉਸ ਸੱਚ ਦੇ ਸੁਗਿਆਨ ਨੂੰ ਅਸੀਂ ਸੁਣਨਾ, ਆਪਣੇ ਹਿਰਦੇ 'ਚ ਧਾਰਨ ਕਰਨਾ, ਆਪਣੇ ਆਪ ਨੂੰ ਵਾਚਣਾ। ਕਿਸੇ ਨੂੰ ਵਾਚਣ ਦੀ ਕੋਈ ਲੋੜ ਨਹੀਂ ਹੈ। ਆਪਣੇ ਆਪ ਨੂੰ ਸਵਾਰੋ, ਸ਼ੁੱਧ ਹੋਵੋ ਅਤੇ ਆਪਣੇ ਘਰੇ ਵਾਪਸ ਸਦਾ ਜਾ ਕੇ ਵਸੋ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।